कबीर एक मरंते दोए मुए, दोए मरंत है चार, चार मरंत है छः मुए, चार पुरख दोए नार। हे किरपा निधान कल ਇਹ ਸਲੋਕ ਸਾਹਮਣੇ ਆਇਆ, ਇਹਦਾ ਭਾਵ ਸਮਝ ਨਹੀਂ ਆਇਆ। ਆਪ ਜੀ ਕਿਰਪਾ ਕਰੋ ਜੀ। ਏਕ ਮਰੰਤੇ ਦੋ ਮੂਏ। ਕਬੀਰ ਜੀ ਕਹਿ ਰਹੇ ਹਨ ਵੀ ਜਦੋਂ ਦੇ ਅਭਿਮਾਨ ਮਰ ਜਾਂਦਾ ਹੈ, ਭਾਵ ਕਿ ਹਉਮੈ ਮਰ ਜਾਂਦੀ ਹੈ, ਤਾਂ ਉਹਦੇ ਨਾਲ ਹੀ ਦੋ ਹੋਰ ਵੀ ਮਰ ਜਾਂਦੇ ਹਨ। ਉਹ ਹਨ ਰਾਗ ਤੇ ਦਵੈਸ਼। ਰਾਗ ਤੇ ਦਵੈਸ਼ ਦੇ ਮਰਨ ਦੇ ਨਾਲ ਹੀ ਚਾਰ ਹੋਰ ਵੀ ਮਰ ਜਾਂਦੇ ਹਨ। ਕਾਮ, ਕ੍ਰੋਧ, ਲੋਭ ਅਤੇ ਮੋਹ। ਫਿਰ ਇਹਨਾਂ ਦੇ ਚਾਰਾਂ ਮਰਨ ਤੇ ਛੇ ਮੂਏ, ਛੇ ਹੋਰ ਮਰ ਜਾਂਦੇ ਹਨ। ਹਰਖ, ਸੋਗ, ਜਨਮ ਮਰਨ ਤੇ ਈਰਖਾ, ਕਾਮਨ। ਇਹਨਾਂ ਵਿੱਚੋਂ ਚਾਰ ਪੁਲਿੰਗ ਹਨ, ਦੋ ਇਸਤਰੀ ਲਿੰਗ ਹਨ। ਚਾਰ ਪੁਰਖ ਦੋਏ ਨਾਰ। ਕਬੀਰ ਜੀ ਦਾ ਕਹਿਣ ਦਾ ਭਾਵ ਇਹ ਹੈ ਵੀ ਇੱਕ ਮਰਨ ਦੇ ਨਾਲ ਹੀ ਬਾਕੀ ਸਾਰਾ ਹੀ ਪਰਿਵਾਰ ਮਰ ਜਾਂਦਾ ਹੈ। ਤੇ ਇੱਕ ਦੇ ਨਾਲ ਹੀ ਇਹ ਸਾਰਾ ਪਰਿਵਾਰ ਪੈਦਾ ਹੁੰਦਾ ਹੈ। ਇਹ ਵੀ ਗੱਲ ਸਮਝਣ ਯੋਗ ਹੈ। ਉਹ ਇੱਕ ਹੈ ਹਉ ਮੈਂ। ਹਉ ਮੈਂ ਪੈਦਾ ਹੋਈ ਤਾਂ ਉਹਦੇ ਨਾਲ ਹੀ ਪੈਦਾ ਹੋ ਜਾਂਦੀ ਹੈ ਰਾਗ ਤੇ ਦਵੈਸ਼। ਆਪਣੇ ਤੇ ਪਰਾਏ, ਚੰਗੇ ਤੇ ਮਾੜੇ, ਅੱਛੇ ਤੇ ਬੁਰੇ, ਇਹ ਹਉ ਤੋਂ ਹੀ ਪੈਦਾ ਹੁੰਦੇ ਹਨ। ਭਾਵ ਕਿ ਦਵੈਤ ਪੈਦਾ ਹੋ ਜਾਂਦੀ ਹੈ ਹਉ ਤੋਂ। ਇਹ ਰਾਗ ਦਵੈਸ਼ ਤੋਂ ਪੈਦਾ ਹੁੰਦੇ ਹਨ ਚਾਰ: ਕਾਮ, ਕ੍ਰੋਧ, ਲੋਭ ਅਤੇ ਮੋਹ। ਭਾਵ ਕਿ ਜਿਨ੍ਹਾਂ ਨਾਲ ਰਾਗ ਹੈ ਤੁਹਾਡਾ, ਮੋਹ ਹੈ, ਜੁੜੇ ਹੋਏ ਹੋ, ਆਪਣੇ ਹਨ, ਉਹਨਾਂ ਕਰਕੇ ਤੁਸੀਂ ਲੋਭ ਕਰਦੇ ਹੋ। ਧਨ ਇਕੱਤਰ ਕਰਦੇ ਹੋ, ਉਹਨਾਂ ਦੀ ਸੁੱਖ ਸੁਵਿਧਾ ਵਾਸਤੇ ਕਰ ਰਹੇ ਹੋ ਨਾ, ਆਪਣਿਆਂ ਵਾਸਤੇ। ਅਤੇ ਜਿੰਨਾ ਹੀ ਆਪਣਿਆਂ ਵਾਸਤੇ ਸੁੱਖ ਸੁਵਿਧਾ ਇਕੱਠੀ ਕਰਦੇ ਹੋ, ਆਪਣੇ ਖੁਸ਼ ਹੁੰਦੇ ਹਨ, ਉਹਨਾਂ ਨਾਲ ਬਣਦਾ ਹੈ ਮੋਹ। ਅਤੇ ਜਿਹੜਾ ਮੋਹ ਹੈ, ਇਹਦੇ ਵਿਚਾਲੇ ਅਗਰ ਕੋਈ ਆ ਜਾਵੇ, ਉਹਦੇ 'ਤੇ ਆਉਂਦਾ ਹੈ ਕ੍ਰੋਧ। ਜਾਂ ਲੋਭ ਦੇ ਵਿਚਾਲੇ ਕੋਈ ਆ ਜਾਵੇ, ਉਹਦੇ 'ਤੇ ਵੀ ਆਉਂਦਾ ਹੈ ਕ੍ਰੋਧ, ਵੀ ਤੁਹਾਨੂੰ ਧਨ ਨਾ ਕਮਾਉਣ ਦੇਵੇ, ਕੋਈ ਕੰਮ ਨਾ ਕਰਨ ਦੇਵੇ, ਰੁਕਾਵਟ ਪਾਵੇ। ਅਤੇ ਧਨ ਦੀ ਜਦੋਂ ਪੂਰਤੀ ਹੁੰਦੀ ਹੈ, ਉਦੋਂ ਹੁੰਦੀ ਹੈ ਕਾਮਨਾ ਪੈਦਾ। ਅਤੇ ਉਹਦੇ ਵਿਚਾਲੇ ਕੋਈ ਆ ਜਾਵੇ,
ਕਾਮ ਦੇ, ਤਾਂ ਵੀ ਕ੍ਰੋਧ ਆਉਂਦਾ। ਤੇ ਇਹ ਪੈਦਾ ਕਿੱਥੋਂ ਹੋਏ? ਹਉਮੈ ਤੋਂ। ਹਉਮੈ ਹੀ ਮੂਲ ਰੋਗ ਹੈ, ਇਸ ਕਰਕੇ ਇਹਨੂੰ ਦੀਰਘ ਰੋਗ ਕਿਹਾ ਹੈ। ਇਹ ਜੜ ਹੈ, ਇਹ ਮੂਲ ਹੈ। ਤੇ ਇਸ ਮੂਲ ਤੋਂ ਹੀ ਮਨ ਪੈਦਾ ਹੁੰਦਾ ਹੈ। ਤਦੇ ਕਿਹਾ ਹੈ ਨਾ ਵੀ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਭਾਵ ਕਿ ਜਿਹੜਾ ਮੂਲ ਹੈ ਤੇਰਾ, ਉਹਦੀ ਪਹਿਚਾਣ ਕਰ। ਤੇ ਮਨ ਦਾ ਮੂਲ ਹੈ ਹਉ। ਹਉ ਤੋਂ ਹੀ ਮਨ ਪੈਦਾ ਹੋਇਆ ਹੈ। ਹਉ ਤੋਂ ਹੀ ਹੋਇਆ ਹੈ ਨਾ। ਮੈਂ ਹਾਂ, ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਵਿਚਾਰ ਪੈਦਾ ਹੋਏ, ਰਾਗ ਦਵੈਸ਼ ਪੈਦਾ ਹੋਇਆ, ਤੇ ਹਉ ਹੀ ਹੋਇਆ ਨਾ ਮੂਲ। ਤੇ ਮੈਂ ਕਹਿੰਦਾ ਹਾਂ ਵੀ ਮੂਲ ਨੂੰ ਹੀ ਪੱਟ ਕੇ ਸੱਟ ਦਿਓ। ਕਿਉਂਕਿ ਹਉ ਹੀ ਮੂਲ ਹੈ। ਹਉਮੈ ਤੋਂ ਮਨ ਪੈਦਾ ਹੋਇਆ। ਪਰ ਜਿਹੜਾ ਇਹ ਮੂਲ ਹੈ ਹਉ, ਇਹਦੀਆਂ ਜੜ੍ਹਾਂ ਲੱਗੀਆਂ ਹੋਈਆਂ ਹਨ ਜਿੱਥੇ ਜਿੱਥੇ। ਪਹਿਲਾਂ ਉਹ ਪੱਟਣੀਆਂ ਪੈਣਗੀਆਂ ਤਾਂ ਇਹ ਮੂਲ ਪੱਟ ਹੋਵੇਗਾ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਬਹੁਤ ਹੀ ਜ਼ਰੂਰੀ। ਲੜ ਪੱਲੇ ਬੰਨ੍ਹ ਲਓ। ਬਹੁਤ ਸਾਧਕ ਇਉਂ ਹੀ ਸੋਚਦੇ ਹਨ ਵੀ ਮੂਲ ਪੱਟ ਦੇਈਏ। ਨਹੀਂ, ਜੜ੍ਹਾਂ ਜਿੰਨਾ ਚਿਰ ਬਾਹਰ ਲੱਗੀਆਂ ਹੋਈਆਂ ਤੇ ਮੂਲ ਪੱਟਿਆ ਨਹੀਂ ਜਾਵੇਗਾ, ਉਹ ਵਾਰ-ਵਾਰ ਅੰਕੁਰਿਤ ਹੋ ਜਾਂਦਾ ਹੈ ਜੇ ਜੜ੍ਹ ਲੱਗੀ ਹੋਵੇ। ਤੇ ਅਗਰ ਸੰਸਾਰ ਦੇ ਵਿੱਚ ਜੜ੍ਹਾਂ ਲੱਗੀਆਂ ਹੋਈਆਂ ਹਨ ਇਸ ਮੂਲ ਦੀਆਂ, ਇਸ ਹਉ ਦੀਆਂ, ਤੇ ਪਹਿਲਾਂ ਉਹੋ ਹੀ ਪੱਟਣੀਆਂ ਪੈਣਗੀਆਂ ਨਾ। ਇਹੋ ਹੀ ਮੈਂ ਕਹਿੰਦਾ ਹਾਂ ਨਾ ਵੀ ਜੜ੍ਹਾਂ ਜਿੱਥੇ ਲੱਗੀਆਂ ਹਨ, ਭਾਵ ਕਿ ਤੁਹਾਡੀ ਵਾਸ਼ਨਾ ਜਿੱਥੇ ਲੱਗੀ ਹੋਈ ਹੈ, ਚਾਹਤ ਜਿੱਥੇ ਲੱਗੀ ਹੋਈ, ਰਾਗ ਹੈ ਜਿੱਥੇ ਤੁਹਾਡਾ, ਹਉ ਤੋਂ ਰਾਗ ਦਵੈਸ਼ ਮਰ ਜਾਂਦੇ ਹਨ। ਕਿਹਾ ਹੈ ਨਾ, ਤੇ ਪੈਦਾ ਹੋਏ ਹਨ ਹਉ ਤੋਂ। ਤੇ ਰਾਗ ਹੈ ਜਿੱਥੇ, ਰਾਗ ਹੈ ਆਪਣਿਆਂ ਦੇ ਵਿੱਚ, ਦਵੈਸ਼ ਹੈ ਜਿਹੜੇ ਆਪਣੇ ਨਹੀਂ ਹਨ ਉਹਨਾਂ ਦੇ ਨਾਲ। ਤੇ ਦੋਵਾਂ 'ਤੇ ਹੀ ਮਨ ਜਾਂਦਾ ਹੈ, ਦੋਵਾਂ ਦੇ ਨਾਲ ਹੀ ਜੁੜਿਆ ਹੋਇਆ ਹੈ। ਤੇ ਰਾਗ ਤੋਂ ਉਲਟ ਹੈ ਵੈਰਾਗ। ਕਹਿੰਦੇ ਹਨ ਨਾ, ਵੈਰਾਗ ਪੈਦਾ ਹੋਵੇ ਸੰਸਾਰ 'ਚ। ਭਾਵ ਕਿ ਜਿਨ੍ਹਾਂ ਨਾਲ ਰਾਗ ਹੈ ਉਹਨਾਂ ਨਾਲ ਰਾਗ ਨਾ ਰਹਿ ਜਾਵੇ। ਜਿੱਥੇ ਰਾਗ ਹੈ ਉੱਥੇ ਰਾਗ ਨਾ ਰਹਿ ਜਾਵੇ, ਅਟੈਚਮੈਂਟ ਨਾ ਰਹਿ ਜਾਵੇ, ਪਕੜ ਨਾ ਰਹਿ ਜਾਵੇ। ਪਕੜ ਤੋੜਨੀ ਹੈ। ਪਰ ਜਿਹੜੀਆਂ ਵਸਤੂਆਂ ਹਨ ਜਾਂ ਪਦਾਰਥ ਹੈ ਜਾਂ ਧਨ ਹੈ, ਪ੍ਰੋਪਰਟੀ ਹੈ, ਉੱਥੇ ਤਾਂ ਪਕੜ ਹੁੰਦੀ ਹੈ ਇੱਕ ਤਰਫਾ। ਪਰ ਜਿਹੜੇ ਜੀਵਤ ਇਨਸਾਨ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਬਣਾ ਲਿਆ, ਮੋਹ ਕਰ ਲਿਆ, ਤੇ ਰਾਗ ਪੈਦਾ ਹੋ ਗਿਆ, ਤਾਂ ਉੱਥੇ ਦੋ ਤਰਫਾ ਹੈ, ਤੁਹਾਡਾ ਵੀ ਹੈ ਤੇ ਉੱਧਰੋਂ ਵੀ ਹੈ। ਇਸ ਕਾਰਨ ਉੱਥੇ ਤੋੜਨਾ ਬਹੁਤ ਕਠਿਨ ਹੈ। ਤੇ ਰਾਗ ਤੋਂ ਹੀ ਮੋਹ ਪੈਦਾ ਹੋ ਰਿਹਾ ਹੈ, ਲੋਭ ਪੈਦਾ ਹੋ ਰਿਹਾ ਹੈ। ਤੇ ਮੋਹ ਛੱਡੋਗੇ, ਮੋਹ ਦਾ ਮਤਲਬ ਹੈ ਮੇਰੇ, ਮਮਤਾ, ਆਪਣੇ। ਆਪਣਾ ਕੌਣ ਹੈ? ਕਬੀਰ ਜੀ ਕਹਿੰਦੇ ਨਹੀਂ, ਹਮਾਰਾ ਕੋ ਨਾਹੀ ਹਮ ਕਿਸੂ ਕੇ ਨਾਹੀ, ਜਿਨੇ ਰਚਨ ਰਚਾਇਆ ਤਿਸ ਹੀ ਮਾਹਿ ਸਮਾਈ। ਉਹਨਾਂ ਨੇ ਮੋਹ ਤਿਆਗਿਆ ਸੀ, ਉੱਦਾਂ ਥੋੜ੍ਹੀ ਕਹਿ ਰਹੇ ਸੀ ਉਹ। ਪਰ ਤਿਆਗਣਾ ਬਹੁਤ ਔਖਾ ਹੈ। ਫਿਰ ਅਗਰ ਤੁਸੀਂ ਮੋਹ ਤਿਆਗਦੇ ਹੋ, ਦੂਸਰਾ ਥੋੜ੍ਹਾ ਜਿਹਾ ਪਰੇਸ਼ਾਨ ਹੋਵੇਗਾ, ਦੁਖੀ ਹੋਵੇਗਾ, ਕਿਉਂ? ਉਹਦਾ ਲਗਾਵ ਹੈ ਨਾ।
ਤੇ ਫਿਰ ਸਾਧੂ ਮਹਾਤਮਾ ਵੀ ਸਮਝਾਉਣ ਲੱਗ ਜਾਂਦੇ ਹਨ ਵੀ ਦੂਸਰੇ ਨੂੰ ਨਾਰਾਜ਼ ਨਹੀਂ ਕਰਨਾ, ਦੁਖੀ ਨਹੀਂ ਕਰਨਾ। ਪ੍ਰਮਾਣ ਵੀ ਦਿੰਦੇ ਹਨ, ਜੇ ਪ੍ਰਿਆ ਦੀ ਛਿੱਕ ਹਿਆਉ ਨਾ ਠਾਹੇ ਕਈ, ਕਿਸੇ ਦਾ ਦਿਲ ਨਹੀਂ ਦੁਖਾਈ। ਅਤੇ ਇਹਨਾਂ ਨੂੰ ਮੂੜਾਂ ਨੂੰ ਪੁੱਛੇ, ਬੇਸਮਝਾਂ ਨੂੰ, ਜਿਹੜੇ ਘਰ ਬਾਹਰ ਛੱਡ ਕੇ ਗਏ ਸਨ, ਉਹਨਾਂ ਦੇ ਮਾਂ ਪਿਓ ਕਿੰਨੇ ਨਾ ਰੋਏ ਹੋਣਗੇ। ਉਹਨਾਂ ਨੇ ਬਹੁਤ ਦੁੱਖ ਦਿੱਤਾ, ਇਹਦਾ ਮਤਲਬ ਉਹ ਨਰਕਾਂ 'ਚ ਜਾਣੇ ਚਾਹੀਦੇ। ਗੌਤਮ ਬੁੱਧ ਵਰਗੇ ਬਹੁਤ ਰੋਏ ਹੋਣਗੇ, ਘਰ ਵਾਲੀ ਵੀ ਰੋਈ ਹੋਵੇਗੀ। ਬਾਬਾ ਨਾਨਕ ਜੀ ਵੀ ਛੱਡ ਕੇ ਚਲੇ ਗਏ। ਨਾਲੇ ਇਕੱਲੇ ਹੀ ਸਨ ਸਪੁੱਤਰ, ਅਤੇ ਮਾਤਾ ਪਿਤਾ ਕਿੰਨੇ ਨਾ ਰੋਏ ਹੋਣਗੇ। ਪਰ ਉਹ ਆਪ ਦੁਖੀ ਥੋੜ੍ਹੀ ਕਰ ਰਹੇ ਹਨ, ਜਿਨ੍ਹਾਂ ਨੇ ਮੋਹ ਪਾਇਆ ਹੈ ਉਹ ਦੁਖੀ ਹੋ ਰਹੇ ਹਨ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜਦੋਂ ਮੋਹ ਟੁੱਟੇਗਾ ਦੋਵਾਂ ਤਰਫਾਂ 'ਤੇ ਦੁੱਖ ਹੋਵੇਗਾ। ਜੇ ਤੁਸੀਂ ਮਰੋਗੇ ਤਾਂ ਉਹ ਦੁਖੀ ਹੋਣਗੇ ਹੀ, ਅਤੇ ਜੇ ਜੀਂਦੇ ਜੀ ਮਰੋਗੇ ਤਾਂ ਵੀ ਦੁਖੀ ਹੋਣਗੇ ਹੀ ਨਾ। ਸੰਸਾਰ ਵੱਲੋਂ ਮਰਨਾ ਹੀ ਹੈ ਮੋਹ ਦਾ ਤੋੜਨ। ਅਤੇ ਤੁਸੀਂ ਦੁਖੀ ਥੋੜ੍ਹਾ ਕਰ ਰਹੇ, ਉਹ ਆਪਣੇ ਮੋਹ ਦਾ ਕਰਕੇ ਦੁਖੀ ਹੋ ਰਹੇ। ਆਪਣਾ ਸਮਝ ਲਿਆ, ਮਮਤਾ ਪੈ ਗਈ, ਅਤੇ ਦੂਸਰਾ ਦੁਖੀ ਹੋ ਰਿਹਾ, ਪਰੇਸ਼ਾਨ ਹੋ ਰਿਹਾ, ਰੋ ਰਿਹਾ। ਉਹ ਆਪਣੇ ਮੋਹ ਕਰਕੇ। ਪਰ ਇਹ ਮੋਹ, ਮਮਤਾ, ਲੋਭ ਸਾਧੂ ਮਹਾਤਮਾ ਕੋਈ ਨਹੀਂ ਸੁੱਟ ਰਿਹਾ ਹੈ। ਦੇਖੋ ਤੁਸੀਂ, ਅਤੇ ਮੋਹ ਨਹੀਂ ਟੁੱਟੇਗਾ ਅਤੇ ਰਾਗ ਨਹੀਂ ਛੁੱਟੇਗਾ, ਵੈਰਾਗ ਪੈਦਾ ਨਹੀਂ ਹੋਵੇਗਾ, ਅਤੇ ਕੋਈ ਵੀਤਰਾਗੀ ਕਿਵੇਂ ਹੋਵੇਗਾ। ਭਾਵ ਕਿ ਹਉਮੈ ਮਰੇਗੀ ਨਹੀਂ, ਅਤੇ ਹਉਮੈ ਹੀ ਦੀਰਘ ਰੋਗ ਹੈ। ਪਰ ਇਹ ਰੋਗ ਦੀਆਂ ਜੜ੍ਹਾਂ ਬਾਹਰ ਫੈਲੀਆਂ ਹੋਈਆਂ ਹਨ, ਅਤੇ ਜਿੰਨਾ ਚਿਰ ਰੋਗ ਦੀਆਂ ਜੜ੍ਹਾਂ ਨਾ ਪੱਟੋਗੇ ਤੁਸੀਂ ਬਾਹਰੋਂ, ਅਤੇ ਰੋਗ ਦਾ ਮੂਲ ਉਖੜੇਗਾ ਨਹੀਂ। ਇਹੋ ਹੀ ਮੈਂ ਕਹਿ ਰਿਹਾ ਸੀ ਨਾ, ਜਦੋਂ ਸੇਵਾ ਸਿੰਘ ਧਰਮਾਲੇ ਵਾਲਿਆਂ ਦੇ ਮੁੱਖ ਸੇਵਾਦਾਰਾਂ ਨੇ ਕਿਹਾ ਸੀ ਵੀ ਤੁਸੀਂ ਨਾਮ ਜਪਣ ਬਾਰੇ ਘੱਟ ਕਹਿੰਦੇ ਹੋ, ਵੀ ਨਾਮ ਤੇ ਔਸ਼ਧੀ ਹੈ, ਵੀ ਨਾਮ ਤੇ ਦਾਰੂ ਹੈ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨ। ਅਤੇ ਮੈਂ ਉਹਨਾਂ ਨੂੰ ਕਿਹਾ ਹੈ, ਜਿਹੜਾ ਅਸਲੀ ਵੈਦ ਹੈ ਨਾ, ਜਿਹੜਾ ਆਪ ਰੋਗ ਮੁਕਤ ਹੋਇਆ ਹੈ, ਰੋਗ ਗਵਾਏ ਆਪਣਾ, ਤਾਂ ਵੈਦ ਨਾਨਕ ਵੈਦ ਸਦਾਏ। ਉਹਨੂੰ ਪਤਾ ਹੈ ਵੀ ਜਿਹੜਾ ਰੋਗ ਛੱਡਣ ਨੂੰ ਤਿਆਰ ਹੈ, ਰੋਗ ਮਿਟਾਉਣ ਨੂੰ ਤਿਆਰ ਹੈ, ਉਹਨੂੰ ਹੀ ਦਵਾਈ ਦਿੱਤੀ ਜਾਂਦੀ ਹੈ। ਤੁਸੀਂ ਦੇਖਿਆ ਹੈ ਨਾ, ਪੁਰਾਣੇ ਸਮਿਆਂ ਦੇ ਵਿੱਚ ਸਤਿਪੁਰਖ ਨਾਮ ਦਿਆ ਕਰਦੇ ਸਨ। ਉਹਦਾ ਅਰਥ ਹੁੰਦਾ ਸੀ ਜਿਹੜਾ ਆਪਣਾ ਰੋਗ ਮਿਟਾਉਣ ਨੂੰ ਤਿਆਰ ਹੈ, ਉਹਨੂੰ ਉਪਦੇਸ਼ ਦਿੰਦੇ ਸਨ। ਭਾਵ ਕਿ ਰੋਗ ਛੱਡਣ ਨੂੰ ਤਿਆਰ ਹੈ। ਸੰਸਾਰ ਰੋਗੀ, ਸੰਸਾਰ ਹੀ ਰੋਗ ਹੈ, ਅਤੇ ਜਿਹੜਾ ਰੋਗ ਨੂੰ ਛੱਡਣ ਨੂੰ ਤਿਆਰ ਹੈ ਉਹਨੂੰ ਹੀ ਦਵਾਈ ਦਿੱਤੀ ਜਾਵੇਗੀ ਨਾ। ਪਰ ਇਹ ਧਾਰਮਿਕ ਲੋਕ ਉਲਟਾ ਕੰਮ ਕਰ ਰਹੇ ਹਨ। ਦਵਾਈਆਂ ਦੀ ਚਰਚਾ ਬਹੁਤ ਹੈ, ਬਹੁਤ ਧਿਆਨ ਕਰਵਾਇਆ ਜਾ ਰਿਹਾ, ਨਾਮ ਜਪਾਇਆ ਜਾ ਰਿਹਾ, ਸਾਧਨਾਵਾਂ ਕਰਾਈਆਂ ਜਾ ਰਹੀਆਂ, ਪਰ ਇਹ ਕੋਈ ਨਹੀਂ ਪੁੱਛਦਾ ਹੈ ਵੀ ਤੁਸੀਂ ਰੋਗ ਛੱਡਣ ਨੂੰ ਤਿਆਰ ਹੋ। ਇੱਥੋਂ ਇਹੋ ਹੀ ਪਤਾ ਲੱਗਦਾ ਹੈ ਵੀ ਜਿਹੜੇ ਇਹ ਨਾਮ ਦਾਰੂ ਦੀ ਗੱਲ ਕਰ ਰਹੇ ਹਨ, ਧਿਆਨ ਔਸ਼ਧੀ ਦੀ ਗੱਲ ਕਰ ਰਹੇ ਹਨ, ਉਹ ਵੀ ਰੋਗ ਤੋਂ ਮੁਕਤ ਨਹੀਂ ਹੋਏ ਹਨ। ਖਿਆਲ ਵਿੱਚ ਰੱਖਿਓ, ਭਾਵੇਂ ਉਹਨਾਂ ਦੇ ਪਿੱਛੇ ਹਜ਼ਾਰਾਂ ਹੀ ਸਾਧਕ ਸਾਧਨਾਵਾਂ ਕਰ ਰਹੇ ਹਨ, ਤੁਸੀਂ ਬੜਾ ਦੇਖਦੇ ਹੋ, ਬੜੇ ਪ੍ਰਸਿੱਧ ਹਨ, ਮਹਾਂਪੁਰਸ਼ ਹਨ, ਪਰ ਅਗਰ ਰੋਗ ਛੱਡਣ ਦੀ ਗੱਲ ਨਹੀਂ ਨਾ ਹੋ ਰਹੀ ਤਾਂ ਸਮਝ ਲੈਣਾ ਚਾਹੀਦਾ ਉਹ ਵੀ ਰੋਗ ਤੋਂ ਮੁਕਤ ਨਹੀਂ ਹੋਏ ਆ। ਕਿਉਂਕਿ ਜਿਹੜਾ ਰੋਗ ਤੋਂ ਮੁਕਤ ਹੈ ਪਹਿਲਾਂ ਇਹੋ ਹੀ ਗੱਲ ਕਵੇਗਾ ਵੀ ਤਾਂ ਤੁਸੀਂ ਰੋਗ ਨੂੰ ਛੱਡਣਾ ਚਾਹੁੰਦੇ ਹੋ ਤਾਂ ਦਵਾਈ, ਕੂੜ ਛੱਡਣਾ ਚਾਹੁੰਦੇ ਹੋ ਤਾਂ ਸੱਚ, ਕੂੜ ਸਭ ਸੰਸਾਰ। ਕਿਵ ਕੂੜੈ ਟੁੱਟੈ ਪਾਲ, ਕੂੜ ਦੀ ਪਾਲ ਤੋੜਨੀ ਚਾਹੁੰਦੇ ਹੋ ਤਾਂ ਹੀ ਦਵਾਈ ਦੇਵੇਗਾ ਹੈ ਨਾ ਸਤਿਪੁਰਖ। ਕੂੜ ਦੀ ਪਾਲ ਤੋੜਨੀ ਬਹੁਤ ਕਠਿਨ ਹੈ। ਭਾਵ ਕਿ ਕੂੜ ਵੱਲੋਂ ਧਿਆਨ ਹਟਾਉਣਾ, ਝੂਠ ਵੱਲੋਂ, ਅਤੇ ਝੂਠ ਵੱਲ ਧਿਆਨ ਲੱਗਾ ਹੋਇਆ ਇਹੋ ਹੀ ਬਿਮਾਰੀ
ਤੇ ਬਿਮਾਰੀ ਦੀਆਂ ਜੜ੍ਹਾਂ ਬਾਹਰ ਲੱਗੀਆਂ ਹੋਈਆਂ ਤੇ ਜੜ੍ਹਾਂ ਪੱਟਣ ਨੂੰ ਕੋਈ ਤਿਆਰ ਨਹੀਂ ਹੈ। ਵੱਡੇ ਵੱਡੇ ਵਿਦਵਾਨ ਬੜੀਆਂ ਗੱਲਾਂ ਮਾਰਦੇ ਹਨ, ਬਸ ਗੱਲਾਂ ਹੀ ਹਨ ਉਹਨਾਂ ਦੀ। ਕਹਿੰਦੇ ਹਨ ਇੱਦਾਂ ਨਾਮ ਜਪੋਗੇ ਪ੍ਰਕਾਸ਼ ਹੋ ਜਾਵੇਗਾ, ਮਨ ਆਪਣੇ ਘਰ ਚਲੇ ਜਾਵੇਗਾ, ਅਨਹਦ ਨਾਦ ਸੁਣੇਗਾ। ਉਹ ਕੀ ਕਰੋਗੇ ਤੁਸੀਂ? ਜਿੰਨਾ ਚਿਰ ਬਾਹਰ ਸੁਰਤ ਜਾ ਰਹੀ ਹੈ ਉਹਨਾਂ ਚਿਰ ਤੁਸੀਂ ਰੋਗੀ ਹੋ। ਅਤੇ ਜਿਹੜਾ ਰੋਗ ਛੱਡਣ ਨੂੰ ਤਿਆਰ ਨਹੀਂ ਹੈ ਉਹਨੂੰ ਦਵਾ ਦਿੱਤੀ ਵੀ ਜਾਵੇ ਤਾਂ ਵੀ ਰੋਗ ਮਿਟੇਗਾ ਥੋੜ੍ਹੀ। ਕਿਵੇਂ ਮਿਟੇਗਾ ਤੁਸੀਂ ਸਮਝੋ। ਅਤੇ ਰੋਗ ਕਿਸੇ ਦਾ ਵੀ ਨਹੀਂ ਮਿਟ ਰਿਹਾ ਹੈ, ਕਿਉਂਕਿ ਜਿਹੜੀਆਂ ਦਵਾਈਆਂ ਦੇ ਰਹੇ ਹਨ, ਚਰਚਾ ਕਰ ਰਹੇ ਹਨ ਦਵਾਈ ਦੀ, ਨਾਮ ਚਰਚਾ, ਉਹ ਵੀ ਰੋਗ ਗ੍ਰਸਤ ਹਨ। ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਜੁੜਿਆ ਹੋਇਆ ਹੈ ਉਹ ਹੈ ਰੋਗ ਰਹਿਤ, ਅਤੇ ਜੁੜਿਆ ਉਹ ਹੀ ਹੈ ਜਿਹੜਾ ਬਾਹਰੋਂ ਟੁੱਟ ਗਿਆ ਹੈ, ਝੂਠ ਵੱਲੋਂ, ਅਸੱਤ ਵੱਲੋਂ, ਸੰਸਾਰ ਵੱਲੋਂ। ਉਹ ਸੱਤ ਨਾਲ ਜੁੜ ਗਿਆ, ਉਹ ਜੋਗੀ ਹੈ, ਉਹ ਰੋਗ ਰਹਿਤ ਹੋ ਗਈ। ਅਤੇ ਉਹ ਕਹਿੰਦਾ ਹੈ ਵੀ ਬਾਹਰੋਂ ਜਿਹੜੀਆਂ ਜੜ੍ਹਾਂ ਹਨ ਨਾ ਰੋਗ ਦੀਆਂ ਜੁੜੀਆਂ ਹੋਈਆਂ, ਪਹਿਲਾਂ ਉਹ ਪੱਟਣੀਆਂ, ਮੂਲ ਫਿਰ ਪੱਟ ਹੋਵੇਗਾ। ਖਿਆਲ ਵਿੱਚ ਰੱਖਿਓ। ਕਬੀਰ ਜੀ ਉਲਟੇ ਪਾਸੇ ਤੋਂ ਕਹਿ ਰਹੇ ਹਨ, ਇੱਕ ਮਰਨ 'ਤੇ ਦੋ ਮੂਏ, ਦੋ ਮਰਨ 'ਤੇ ਚਾਰ। ਪਰ ਯਾਤਰਾ ਜਿਹੜੀ ਉਹ ਬਾਹਰੋਂ ਅੰਦਰ ਨੂੰ ਹੋਵੇਗੀ। ਪਹਿਲਾਂ ਚਾਰ ਮਰਨਗੇ, ਫਿਰ ਦੋ ਮਰਨਗੇ, ਫਿਰ ਇੱਕ ਮਰੇਗਾ। ਅਤੇ ਜਦੋਂ ਇੱਕ ਮਰ ਜਾਂਦਾ ਹੈ ਨਾ, ਫਿਰ ਮਨ ਮਰੇ ਧਾਤ ਮਰ ਜਾਏ, ਪਿਨ ਮਨ ਮੂਏ ਕੈਸੇ ਹਰ ਪਾਏ। ਇੱਕ ਦੇ ਨਾਲ ਹੀ ਮਨ ਸਮਾਪਤ ਹੋ ਜਾਂਦਾ ਹੈ ਅਤੇ ਦੌੜ ਖਤਮ ਹੋ ਜਾਂਦੀ ਹੈ। ਭਾਵ ਕਿ ਸੁਰਤ ਬਾਹਰ ਨਹੀਂ ਭੱਜਦੀ, ਫਿਰ ਘਰ ਵਿੱਚ ਟਿਕ ਜਾਂਦੀ ਹੈ।